ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਤੇ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਸਿਆਸੀ ਧਮਾਕਾ ਹੋਣ ਜਾ ਰਿਹਾ। ਦੋ ਵੱਡੀਆਂ ਪਾਰਟੀਆਂ ਦੇ ਵਿਚਕਾਰ ਗਠਜੋੜ ਹੋਣ ਜਾ ਰਿਹਾ। ਇਹ ਗਠਜੋੜ ਅਕਾਲੀ ਦਲ ਅਤੇ ਬੀਐਸਪੀ ਦੇ ਵਿਚਕਾਰ ਹੋਣ ਜਾ ਰਿਹਾ। ਕਿਹੜੀਆਂ-ਕਿਹੜੀਆਂ ਸ਼ਰਤਾਂ ਤੇ ਇਹ ਗਠਜੋੜ ਹੋਣ ਜਾ ਰਿਹਾ, ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸਾਂਗੇ। ਇਸ ਪੂਰੇ ਮਾਮਲੇ ਤੇ ਵਿਚਾਰ ਚਰਚਾ ਕਰਾਂਗੇ। ਤਾਂ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਵੱਲੋਂ ਜਿਹੜਾ ਵੱਡਾ ਬਿਆਨ ਆਇਆ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ, ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ, ਕਿ ਕਿਹਨੂੰ ਕਿਹੜਾ ਵੱਡਾ ਅਹੁਦਾ ਮਿਲਣਾ ਚਾਹੀਦਾ ਹੈ, ਕਿਹਨੂੰ ਸਨਮਾਨਜਨਕ ਅਹੁਦਾ ਮਿਲਣਾ ਚਾਹੀਦਾ। ਪੂਰੀਆਂ ਖਬਰਾਂ ਤੇ ਵਿਚਾਰ ਚਰਚਾ ਕਰਾਂਗੇ। ਤੇ ਵਿਚਾਰ ਚਰਚਾ ਲਈ ਮੇਰੇ ਨਾਲ ਮੌਜੂਦ ਰਹਿਣਗੇ ਰਾਜਨੀਤਿਕ ਮਾਹਰ ਦੇ ਤੌਰ ਤੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਸੁਖਵਿੰਦਰ ਜੀ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਗਠਜੋੜ ਹੋਣ ਜਾ ਰਿਹਾ ਵਿਚਾਰ ਚਰਚਾ ਉਹ ਤੇ ਕਰਦੇ ਹਾਂ। ਜਿਹੜਾ ਗਠਜੋੜ ਹੋਣ ਜਾ ਤਕਰੀਬਨ ਅੱਜ ਤੋਂ ਲਗਭਗ 25 ਸਾਲ ਪਹਿਲਾਂ ਵੀ ਇਹ ਗਠਜੋੜ ਹੋਇਆ ਸੀ। ਉਦੋਂ ਤਾਂ ਇਹ ਗਠਜੋੜ ਬੜਾ ਕਹਿੰਦੇ ਕਾਮਯਾਬ ਰਿਹਾ ਸੀ। ਤੇ ਹੁਣ ਜਿਹੜਾ ਇਹ ਗਠਜੋੜ ਹੋਣ ਜਾ ਰਿਹਾ, ਅੱਜ ਦੀਆਂ ਪਰਿਸਥਿਤੀਆਂ ਦੇ ਮੁਤਾਬਕ ਕੀ ਲੱਗਦਾ ਕਿ ਕਿੰਨਾ ਕੁ ਫਾਇਦਾ ਹੋਣ ਜਾ ਰਿਹਾ ਅਕਾਲੀ ਦਲ ਅਤੇ ਬੀਐਸਪੀ ਦੇ ਇਸ ਗਠਜੋੜ? ਸੁਖਵਿੰਦਰ ਜੀ, ਜਿਵੇਂ ਤੁਸੀਂ ਕਿਹਾ ਕਿ ਕੁਝ ਲੰਬੇ ਸਮੇਂ ਤੋਂ ਇਦਾਂ ਦੀਆਂ ਕਿਆਸ ਰਾਈਆਂ ਕੀਤੀਆਂ ਜਾ ਰਹੀਆਂ ਸੀਗੀਆਂ ਔਰ ਇਹ ਸੋਚਿਆ ਜਾ ਰਿਹਾ ਸੀਗਾ ਕਿ ਬੀਜੇਪੀ ਨੂੰ ਛੱਡ ਕੇ ਅਕਾਲੀ ਦਲ ਕਿਹਦੇ ਨਾਲ ਗੱਠਜੋੜ ਕਰੇਗਾ। ਸੋ ਆਖਰ ਨੂੰ ਉਹਨਾਂ ਦੀ ਮਿਹਨਤ ਕੰਮ ਆਈ ਹੈ ਔਰ ਇਹਦੇ ਵਿੱਚ ਬਸਪਾ ਦੇ ਨਾਲ ਉਹਨਾਂ ਨੇ ਦੂਸਰੀ ਵਾਰ ਜਿਹੜਾ ਹੈਗਾ ਗੱਠਜੋੜ ਕੀਤਾ। ਇਸ ਤੋਂ ਪਹਿਲਾਂ 1996 ਦੇ ਵਿੱਚ ਜਦੋਂ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਸੀਗਾ ਤਾਂ ਉਹਨਾਂ ਨੇ ਗੱਠਜੋੜ ਕੀਤਾ ਸੀ ਔਰ 13 ਚੋਂ 12 ਸੀਟਾਂ ਉਸ ਵੇਲੇ ਜਿੱਤੀਆਂ ਸੀਗੀਆਂ। ਇਹ ਬਹੁਤ ਵੱਡੀ ਗੱਲ ਹੋਈ ਸੀਗੀ ਔਰ ਬਹੁਤ ਵੱਡਾ ਇੱਕ ਕਿਸਮ ਦਾ ਰਿਕਾਰਡ ਬਣਾਇਆ ਸੀਗਾ। ਸੋ ਜਦੋਂ ਅਸੀਂ ਅੱਜ ਦੇ ਸਮੇਂ 'ਚ ਦੇਖਦੇ ਹਾਂ, 1996 ਤੋਂ ਬਾਅਦ ਜਦੋਂ ਅਸੀਂ 2021 ਦਾ ਸਮਾਂ ਦੇਖਦੇ ਹਾਂ ਤਾਂ ਮੈਨੂੰ ਲੱਗਦਾ ਕਿ ਇਹਦੇ ਵਿੱਚ ਨਵੇਂ ਹਾਲਾਤ ਪੈਦਾ ਹੋ ਗਏ ਨੇ ਔਰ ਨਵੀਆਂ ਪਰਿਸਥਿਤੀਆਂ ਪੈਦਾ ਹੋ ਗਈਆਂ ਨੇ। ਨਵਾਂ ਸਾਰਾ ਕੁਝ ਹੈ ਜਿਹੜਾ ਹੈਗਾ ਇਸ ਵੇਲੇ ਪੈਦਾ ਹੋ ਚੁੱਕਿਆ। ਉਹਦੇ ਵਿੱਚ ਅਕਾਲੀ ਦਲ ਜਿਹੜਾ ਹੈਗਾ ਬਹੁਤ ਬੈਕਫੁੱਟ ਤੇ ਚਲਾ ਗਿਆ। ਆਪਾਂ ਨੂੰ ਵੀ ਪਤਾ ਹੈ ਕਿ ਬਰਗਾੜੀ ਕਾਂਡ ਤੋਂ ਬਾਅਦ ਪਿਛਲੀਆਂ 17 ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਉਹ ਤੀਜੇ ਨੰਬਰ ਤੇ ਰਿਹਾ ਔਰ ਬਹੁਤ ਥੋੜੀਆਂ ਆਪਣੇ ਇਤਿਹਾਸ ਦੇ ਵਿੱਚ ਸਭ ਤੋਂ ਘੱਟ ਸੀਟਾਂ ਜਿਹੜੀਆਂ ਨੇ ਅਕਾਲੀ ਦਲ ਨੂੰ 2017 ਦੇ ਵਿੱਚ ਮਿਲੀਆਂ, ਆਪਾਂ ਸਾਰੇ ਜਾਣਦੇ ਹਾਂ। ਸੋ ਹੁਣ ਅਕਾਲੀ ਦਲ ਇਸ ਵੇਲੇ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਸੀਗਾ ਔਰ ਉਹਨੂੰ ਲੱਗਦਾ ਸੀਗਾ ਕਿ ਸ਼ਾਇਦ ਸਾਨੂੰ ਜਿਹੜਾ ਹੈਗਾ 117 ਬੰਦੇ ਮਿਲਣਗੇ ਜਾਂ ਨਹੀਂ ਮਿਲਣਗੇ। ਇਸ ਕਿਸਮ ਦੀ ਸੋਚ ਜਿਹੜਾ ਸੀਗਾ ਲੈ ਕੇ ਆ ਰਿਹਾ ਸੀਗਾ। ਪਰ ਜਿਵੇਂ ਆਪਾਂ ਨੂੰ ਪਤਾ ਹੈ ਕਿ ਬਸਪਾ ਜਿਹੜੀ ਹੈਗੀ ਆ ਉਹਦੇ ਵੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਇਸ ਵੇਲੇ ਜਿਹੜੀ ਹੈਗੀ ਹੈ ਬਹੁਤ ਖਸਤਾ ਹਾਲਤ ਹੈ। ਆਪਾਂ ਨੂੰ ਪਤਾ ਹੈ ਕਿ ਉਹਨਾਂ ਦੀ ਜਿਹੜੀ ਵੋਟ ਸ਼ੇਅਰਿੰਗ ਹੈ ਬਸਪਾ ਦੀ ਇਸ ਵੇਲੇ ਲਗਾਤਾਰ ਉਹ ਘਟ ਰਹੀ ਹੈ ਔਰ 3 ਪੁਆਇੰਟ ਸਮਥਿੰਗ ਜਿਹੜੀ ਹੈਗੀ ਹੈ ਵੋਟ ਸ਼ੇਅਰਿੰਗ ਇਸ ਵੇਲੇ ਹੈਗੀ ਹੈ, ਕਿਉਂਕਿ ਉਹਨਾਂ ਦਾ ਜਿਹੜਾ ਦਬਦਬਾ ਹੈ ਉਹ ਸਿਰਫ ਦੁਆਬੇ ਦੇ ਵਿੱਚ ਹੈ। ਸੋ ਇਸ ਗੱਠਜੋੜ ਦੇ ਵਿੱਚ ਬਹੁਤਾ ਜਿਹੜਾ ਸੀਟਾਂ ਮਿਲਣ ਦੀਆਂ ਸੰਭਾਵਨਾਵਾਂ ਨੇ ਉਹ ਦੁਆਬੇ ਦੇ ਵਿੱਚੋਂ ਦਲਿਤ ਜਿਹੜੇ ਚਿਹਰੇ ਨੇ ਉਹ ਅੱਗੇ ਲਿਆਂਦੇ ਜਾਣਗੇ। ਸੋ ਅਕਾਲੀ ਦਲ ਔਰ ਬਸਪਾ ਮਿਲ ਕੇ ਦੁਆਬੇ ਦੇ ਵਿੱਚ ਜਿਹੜਾ ਹੈਗਾ ਆਪਣੀ ਕੋਸ਼ਿਸ਼ ਕਰੇਗਾ ਕਿ ਦੁਬਾਰਾ ਆਪਣੇ ਜਿਹੜੇ ਹੈਗੇ ਉਹਨਾਂ ਦੇ ਪੈਰ ਲੱਗ ਸਕਣ। ਸੋ ਦੂਜੇ ਪਾਸੇ ਜਦੋਂ ਅਸੀਂ ਮਾਲਵੇ ਦੀ ਗੱਲ ਕਰਦੇ ਹਾਂ ਔਰ ਮਾਝੇ ਦੀ ਗੱਲ ਕਰਦੇ ਹਾਂ ਤਾਂ ਮਾਲਵੇ ਔਰ ਮਾਝੇ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤੀਆਂ ਸੀਟਾਂ ਅਕਾਲੀ ਦਲ ਔਰ ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਮਿਲਣ ਦੀਆਂ ਸੰਭਾਵਨਾਵਾਂ ਨੇ। ਸੋ ਇਸ ਕਰਕੇ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਇਸ ਵੇਲੇ ਅਕਾਲੀ ਦਲ ਔਰ ਬਸਪਾ ਦੋਨੋਂ ਹੀ ਆਪਣੀ ਹੋਂਦ ਦੀ ਲੜਾਈ ਲੜ ਰਹੀਆਂ ਸੀਗੀਆਂ ਔਰ ਦੋਨਾਂ ਨੂੰ ਇੱਕ ਦੂਜੇ ਦਾ ਸਾਥ ਮਿਲਿਆ ਹੈ। ਹੁਣ ਇਹ ਸਮਾਂ ਦੱਸੇਗਾ ਕਿ ਇਹ ਕਿਸ ਤਰ੍ਹਾਂ ਆਪਣੇ ਆਪ ਨੂੰ ਪੇਸ਼ ਕਰਦੇ ਨੇ, ਕਿ 1996 ਵਾਲਾ ਜਿਹੜਾ ਇਤਿਹਾਸ ਹੈ ਉਹਨੂੰ ਦੁਹਰਾਉਣਗੇ ਜਾਂ ਇੱਕ ਨਵਾਂ ਇਤਿਹਾਸ ਜਿਹੜਾ ਹੈਗਾ ਸਿਰਜਿਆ ਜਾਏਗਾ। ਇਹ ਜਿਹੜਾ ਹੈਗਾ ਭਵਿੱਖ ਦੱਸੇਗਾ। ਪਰ ਫਿਲਹਾਲ ਮੈਨੂੰ ਇਹ ਲੱਗਦਾ ਹੈ ਕਿ ਜੇ ਮੈਂ ਆਪਣੇ ਨਿੱਜੀ ਤੌਰ ਤੇ ਗੱਲ ਕਰਨੀ ਹੋਵੇ ਤਾਂ ਉਹਦੇ ਵਿੱਚ ਇਹ ਲੱਗਦਾ ਹੈ ਕਿ ਇਸ ਵੇਲੇ ਨਾ ਤਾਂ ਅਕਾਲੀ ਦਲ ਨੂੰ ਲੋਕ ਪਸੰਦ ਕਰ ਰਹੇ ਨੇ ਨਾ ਹੀ ਬਸਪਾ ਨੂੰ। ਈਵਨ ਇੱਥੋਂ ਤੱਕ ਕਿ ਦਲਿਤ ਜਿਹੜਾ ਭਾਈਚਾਰਾ ਹੈ ਉਹ ਵੀ ਬਸਪਾ ਤੋਂ ਦੂਰ ਹੁੰਦਾ ਗਿਆ। ਪਿਛਲੇ ਲੰਬੇ ਸਮੇਂ ਤੋਂ ਆਪਾਂ ਨੂੰ ਵੀ ਪਤਾ ਹੈ ਕਿ ਬਸਪਾ ਦੀ ਜਿਹੜੀ ਲੀਡਰਸ਼ਿਪ ਹੈ ਉਹ ਉਸ ਕਿਸਮ ਦੇ ਨਾਲ ਦਲਿਤਾਂ ਦੇ ਮੁੱਦੇ ਨਹੀਂ ਉਠਾ ਸਕੀ ਜਿਹੜੇ ਕਿ ਉਹਨਾਂ ਨੂੰ ਉਠਾਉਣੇ ਚਾਹੀਦੇ ਸੀਗੇ। ਸੋ ਇਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਦਲਿਤ ਪੱਤਾ ਹੈ ਉਹ ਨਹੀਂ ਚੱਲ ਸਕਿਆ। ਇੱਥੋਂ ਤੱਕ ਕਿ ਤੁਹਾਨੂੰ ਵੀ ਯਾਦ ਹੋਏਗਾ ਕਿ ਮਾਇਆਵਤੀ ਨੇ ਵੀ ਕਿਸੇ ਵੇਲੇ ਬਹੁਤ ਵੱਡੀ ਕੋਸ਼ਿਸ਼ ਕੀਤੀ ਸੀਗੀ। ਕਾਸ਼ੀ ਰਾਮ ਜੀ ਕਿਉਂਕਿ ਪੰਜਾਬ ਦੇ ਵਿੱਚ ਰਹਿੰਦੇ ਸੀਗੇ, ਕਾਸ਼ੀ ਰਾਮ ਜੀ ਦੀ ਬਹੁਤ ਵੱਡੀ ਦੇਣ ਹੈ ਬਸਪਾ ਨੂੰ ਆਪਾਂ ਕਹਿ ਸਕਦੇ ਹਾਂ। ਪਰ ਕਾਸ਼ੀ ਰਾਮ ਜੀ ਦੇ ਵੀ ਪੈਰ ਜਿਹੜੇ ਨੇ ਪੰਜਾਬ ਦੇ ਵਿੱਚ ਨਹੀਂ ਸੀ ਲੱਗੇ। ਸੋ ਇਸ ਕਰਕੇ
ਕਾਸ਼ੀ ਰਾਮ ਜੀ ਨੂੰ ਵੀ ਜਿਹੜਾ ਹੈਗਾ यूपी ਦੇ ਵਿੱਚ, ਬਿਹਾਰ ਦੇ ਵਿੱਚ ਆਪਣੀਆਂ ਜਿਹੜੀਆਂ ਕਿ ਕਾਰਵਾਈਆਂ ਕਰਨੀਆਂ ਪਈਆਂ, ਔਰ यूपी ਦੇ ਵਿੱਚ ਮਾਇਆਵਤੀ ਨੂੰ ਅੱਗੇ ਲਿਆ ਕੇ ਉਹਨਾਂ ਦੀ ਸਰਕਾਰ ਵੀ ਬਣੀ ਕਿਸੇ ਵੇਲੇ। ਪਰ ਜੇ ਆਪਾਂ ਕਹੀਏ ਕਿ ਪੰਜਾਬ ਦੇ ਵਿੱਚ ਦਲਿਤ ਪੱਤਾ ਚੱਲ ਜਾਏਗਾ ਅੱਜ ਦੀ ਘੜੀ, ਉਹ ਬਹੁਤ ਘੱਟ ਸੰਭਾਵਨਾਵਾਂ ਨੇ। ਬੇਸ਼ੱਕ ਤੁਹਾਨੂੰ ਯਾਦ ਹੋਵੇਗਾ। ਕਿਵੇਂ ਦੇਖਦੇ ਹੋ ਇੱਕ ਪਾਸੇ ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਕਿ ਮਾਇਆਵਤੀ ਮੁੱਖ ਮੰਤਰੀ ਰਹਿ ਚੁੱਕੇ ਨੇ ਉੱਥੇ, ਤੇ ਉਪ ਮੁੱਖ ਮੰਤਰੀ ਰਹਿ ਚੁੱਕੇ ਨੇ ਸੁਖਬੀਰ ਸਿੰਘ ਬਾਦਲ, ਉਹ ਵੀ ਪਾਰਟੀ ਪ੍ਰਧਾਨ ਨੇ ਤੇ ਵੀ ਪਾਰਟੀ ਪ੍ਰਧਾਨ ਨੇ, ਦੋਵਾਂ ਦੀ ਜਦੋਂ ਕਹਿੰਦੇ ਆ ਗਠਜੋੜ ਹੋਣ ਜਾ ਰਿਹਾ, ਇੰਨਾ ਅਹਿਮ ਮੌਕਾ ਹੁੰਦਾ ਕਿਉਂਕਿ ਲੰਬੇ ਸਮੇਂ ਬਾਅਦ ਗਠਜੋੜ ਹੋਣਾ ਹੈ। ਦੋਵੇਂ ਪਾਰਟੀਆਂ ਭਾਰਤ ਦੀ ਸਿਆਸਤ ਦੇ ਵਿੱਚ ਆਪਣਾ ਵੱਖਰਾ ਸਥਾਨ ਰੱਖਦੀਆਂ ਨੇ, ਵੱਡਾ ਸਥਾਨ ਰੱਖਦੀਆਂ ਨੇ, ਦੋਵੇਂ ਅਹਿਮ ਸੂਬਿਆਂ ਦੀਆਂ ਵੱਡੀਆਂ ਪਾਰਟੀਆਂ ਨੇ। ਪਰ ਜਦੋਂ ਆਪਸ ਦੇ ਵਿੱਚ ਗਠਜੋੜ ਹੋਣ ਜਾ ਰਿਹਾ, ਮਾਇਆਵਤੀ ਦਾ ਉੱਥੇ ਸਥਿਤ ਨਾ ਹੋਣਾ ਤੇ ਆਪਣੇ ਕਿਸੇ ਕਰੀਬੀ ਸਾਥੀ ਨੂੰ ਭੇਜ ਕੇ ਇਸ ਗਠਜੋੜ ਦਾ ਐਲਾਨ ਕਰਾਉਣ ਦੀ ਜਿਹੜੀ ਸੰਭਾਵਨਾ ਆ ਰਹੀ ਹੈ ਮਿਸ਼ਰਾ ਦੇ ਉੱਥੇ ਪਹੁੰਚਣ ਦੇ ਨਾਲ, ਕਿਵੇਂ ਦੇਖਦੇ ਹੋ ਕਿ ਇੰਨੇ ਅਹਿਮ ਮੌਕੇ ਦੇ ਉੱਪਰ ਮਾਇਆਵਤੀ ਦਾ ਨਾ ਆਉਣਾ ਕਿੰਨਾ ਕੁ ਅਹਿਮ ਰੱਖਦਾ ਹੈ ਕਿ ਜਿਹੜਾ ਹੁਣ ਗਠਜੋੜ ਹੋਣ ਜਾ ਰਿਹਾ? ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਨੇ ਕਿ ਮਾਇਆਵਤੀ ਸ਼ਾਇਦ ਉਹਨਾਂ ਸੀਰੀਅਸ ਗਠਜੋੜ ਨੂੰ ਨਹੀਂ ਲੈ ਰਹੇ, ਠੀਕ ਹੈ ਗਠਜੋੜ ਕਰ ਰਹੇ ਆ, ਕਿਤੇ ਨਾ ਕਿਤੇ ਇਹੋ ਜਿਹੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਕਿਉਂਕਿ ਮਾਇਆਵਤੀ ਖੁਦ ਨਹੀਂ ਆਏ ਉੱਥੇ। ਸੁਖਵਿੰਦਰ ਜੀ, ਕਿਉਂਕਿ ਆਪਾਂ ਨੂੰ ਵੀ ਪਤਾ ਹੈ ਕਿ ਇਸ ਵੇਲੇ 22 ਦੇ ਵਿੱਚ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ, ਉਹ यूपी ਦੇ ਵਿੱਚ ਵੀ ਹੋਣੀਆਂ ਨੇ, ਔਰ ਕਿਉਂਕਿ यूपी ਮੇਨ ਗੜ ਹੈ ਜਿੱਥੇ ਕਿ ਮਾਇਆਵਤੀ ਜੀ ਇੱਕ ਵੱਡਾ ਰੋਲ ਅਦਾ ਕਰ ਸਕਦੇ ਨੇ। ਸੋ ਮਾਇਆਵਤੀ ਜੀ ਦਾ ਜ਼ਿਆਦਾ ਪ੍ਰਭਾਵ ਜਿਹੜਾ ਹੈਗਾ ਜਾਂ ਜ਼ਿਆਦਾ ਜਿਹੜੀ ਅਸਰ ਰਸੂਖ ਹੈ ਉਹ यूपी 'ਚ ਹੋਣ ਕਰਕੇ ਉਹ ਸਾਰਾ ਧਿਆਨ यूपी ਦੇ ਉੱਤੇ ਦੇ ਰਹੇ ਨੇ। ਸੋ ਜਿਹੜਾ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਉਹਨਾਂ ਦੇ ਬਹੁਤ ਹੀ ਕਰੀਬੀ ਸਾਥੀ, ਜਿਵੇਂ ਤੁਸੀਂ ਕਿਹਾ ਕਿ ਮਿਸ਼ਰਾ ਜੀ ਨੂੰ ਉਹ ਭੇਜ ਰਹੇ ਨੇ, ਔਰ ਮਿਸ਼ਰਾ ਜੀ ਨੇ ਸੀਟਾਂ ਦੀ ਜਿਹੜੀ ਸਾਰੀ ਵੰਡ ਹੈ ਉਹ ਅਕਾਲੀ ਦਲ ਨਾਲ ਕੀਤੀ ਹੋਈ ਹੈ। ਸੋ ਇਸ ਕਰਕੇ ਜਿਹੜਾ ਹੈਗਾ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਉਹਨਾਂ ਦਾ ਜਿਹੜਾ ਦੂਜੇ ਨੰਬਰ ਦੇ ਜਿਹੜੇ ਲੀਡਰਸ਼ਿਪ ਹੈ ਉਹ ਹੀ ਆ ਰਹੀ ਹੈ, ਇਹਦੇ ਵਿੱਚ ਮਾਇਆਵਤੀ ਜੀ ਜਿਹੜੇ ਨੇ ਉਹ ਭਾਗ ਨਹੀਂ ਲੈਣਗੇ। ਔਰ ਜੇ ਆਪਾਂ ਕਹੀਏ ਕਿ ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਬਸਪਾ ਦੇ ਜਿਹੜੇ ਪੈਰ ਲੱਗਣੇ ਆ ਜਾਂ ਅਕਾਲੀ ਦਲ ਦੇ ਪੈਰ ਲੱਗਣੇ ਕਾਫੀ ਮੁਸ਼ਕਿਲ ਹੈ ਉਹਦੇ ਵਿੱਚ। ਬੇਸ਼ੱਕ ਅਕਾਲੀ ਦਲ ਔਰ ਬਸਪਾ ਆਪਣੀ ਜ਼ਮੀਨ ਜਿਹੜੀ ਹੈਗੀ ਮੁੜ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਹੈ, ਪਰ ਜਿਸ ਕਿਸਮ ਦੀ ਪਰਿਸਥਿਤੀਆਂ ਬਣੀਆਂ ਹੋਈਆਂ ਨੇ ਔਰ ਜਾਂ ਜਿਸ ਕਿਸਮ ਦੀ ਹੋਂਦ ਰਹੀ ਆ, ਚਾਹੇ ਉਹ ਅਕਾਲੀ ਦਲ ਦੀ ਹੋਵੇ ਚਾਹੇ ਬਸਪਾ ਦੀ ਹੋਵੇ, ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਜਿਹੜੇ ਵੀ ਮੁੱਦੇ ਚੁੱਕੇ ਨੇ, ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਦਲਿਤ ਦਾ ਜਿਹੜਾ ਪੱਤਾ ਹੈ ਇਸ ਵੇਲੇ ਪੰਜਾਬ ਦੇ ਵਿੱਚ ਉਹ ਚੱਲਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਨਜ਼ਰ ਆ ਰਹੀਆਂ ਨੇ। ਇਸ ਵੇਲੇ ਮੁੱਦਿਆਂ ਦੀ ਲੜਾਈ, ਜਿਹੜੀ ਪੋਲਿਟਿਕਸ 22 ਦੇ ਵਿੱਚ ਆਏਗੀ ਉਹ ਮੁੱਦਿਆਂ ਦੇ ਆਧਾਰ ਤੇ ਲੜੀ ਜਾਏਗੀ, ਨਾ ਕਿ ਜਿਹੜੀ ਹੈਗੀ ਆ ਤੁਸੀਂ ਦੇਖੋਗੇ ਕਿ ਜਾਤ ਪਾਤ ਦੇ ਆਧਾਰ ਤੇ ਜਾਂ ਧਰਮਾਂ ਦੇ ਆਧਾਰ ਤੇ ਉਹ ਨਹੀਂ ਹੋਏਗਾ। ਇਸ ਵੇਲੇ ਜਿਹੜੀ ਬੁਨਿਆਦੀ ਜਿਹੜੀ ਗੱਲ ਹੋ ਰਹੀ ਆ, ਜਿਹੜੇ ਲੋਕ ਇਸ ਵੇਲੇ ਸਮਝ ਰਹੇ ਨੇ, ਉਹ ਵੱਖ-ਵੱਖ ਮੁੱਦਿਆਂ ਦੇ ਉੱਤੇ, ਚਾਹੇ ਉਹ ਨੌਕਰੀਆਂ ਦਾ ਮੁੱਦਾ ਹੋਵੇ, ਚਾਹੇ ਉਹ ਬਰਗਾੜੀ ਕਾਂਡ ਦਾ ਮੁੱਦਾ ਹੋਵੇ, ਚਾਹੇ ਉਹ ਨਸ਼ਿਆਂ ਦਾ ਮੁੱਦਾ ਹੋਵੇ, ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ, ਇਸ ਵੇਲੇ ਵੱਡੇ ਜਿਹੜੇ ਮੁੱਦੇ ਨੇ ਪੰਜਾਬ ਨੂੰ ਦਰਪੇਸ਼ ਨੇ, ਉਹਨਾਂ ਦੇ ਉੱਤੇ ਸਿਆਸਤ ਜਿਹੜੀ ਹੈਗੀ ਆ ਉਹਦੀਆਂ ਆਉਣ ਦੀਆਂ ਸੰਭਾਵਨਾਵਾਂ, ਨਾ ਕਿ ਆਪਾਂ ਕਹੀਏ ਕਿ ਜਿਹੜੇ ਦਲਿਤ ਪੱਤੇ ਚਲਾ ਕੇ ਜਾਂ ਏਦਾਂ ਜਾਤਾਂ ਦੇ ਨਾਂ ਦੇ ਉੱਤੇ, ਧਰਮਾਂ ਦੇ ਨਾਂ ਦੇ ਉੱਤੇ ਪੰਜਾਬ ਜਿਹੜਾ ਹੈਗਾ ਉਸ ਚੱਕਰ ਦੇ ਵਿੱਚ ਫਸ ਜਾਏਗਾ। ਹੁਣ ਉਹ ਸਮਾਂ ਨਿਕਲ ਗਿਆ। ਹੁਣ ਉਹ 96 ਵਾਲਾ ਜਿਹੜਾ ਸਮਾਂ ਸੀਗਾ ਉਹ ਅੱਜ ਤੋਂ ਲੰਮਾ ਸਮਾਂ ਬਾਅਦ ਜਿਹੜਾ ਆਪਾਂ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਪਰਿਸਥਿਤੀਆਂ ਬਦਲ ਚੁੱਕੀਆਂ ਨੇ, ਬਹੁਤ ਸਾਰੀ ਸੋਚ ਲੋਕਾਂ ਦੀ ਬਦਲ ਚੁੱਕੀ ਹੈ। ਈਵਨ ਇੱਥੋਂ ਤੱਕ ਕਿ ਜਦੋਂ ਅਸੀਂ ਕਿਸਾਨੀ ਸੰਘਰਸ਼ ਤੋਂ ਬਾਅਦ ਪੰਜਾਬ ਨੂੰ ਦੇਖਾਂਗੇ ਜਾਂ ਅੱਜ ਅਸੀਂ ਦੇਖਦੇ ਹਾਂ, ਕਿਸਾਨੀ ਸੰਘਰਸ਼ ਤੋਂ ਬਾਅਦ ਬਹੁਤ ਸਾਰੀਆਂ ਬੁਨਿਆਦੀ ਤਬਦੀਲੀਆਂ ਪੰਜਾਬ ਦੀ ਸਾਈਕੀ ਦੇ ਵਿੱਚ, ਪੰਜਾਬ ਦੀ ਚੇਤਨਾ ਦੇ ਵਿੱਚ ਆਈਆਂ ਨੇ। ਸੋ ਇਸ ਕਰਕੇ ਮੈਂ ਇਹ ਜਿਹੜੀ ਵੱਡੀ ਗੱਲ ਇੱਥੇ ਇਹ ਗੱਲ ਕਰਨੀ ਚਾਹੁੰਦਾ ਕਿ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡ ਦੇਣਾ, ਪੰਜਾਬ ਦੇ ਲੋਕਾਂ ਨੂੰ ਜਾਤਾਂ ਦੇ ਨਾਂ ਦੇ ਉੱਤੇ ਵੰਡ ਦੇਣਾ, ਇਹ ਕੋਈ ਸੌਖਾ ਕੰਮ ਨਹੀਂ ਹੈ। ਹੁਣ ਅਗਲੀਆਂ ਜਿਹੜੀਆਂ ਚੋਣਾਂ ਨੇ, ਅਗਲਾ ਜਿਹੜਾ ਸਮਾਂ ਹੋਏਗਾ, ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਤੁਹਾਡੇ ਤੋਂ ਰੁਜ਼ਗਾਰ ਮੰਗਦੀ ਹੈ, ਉਹ ਤੁਹਾਡੇ ਕੋਲੋਂ ਕਿਸਾਨੀ ਸੰਕਟ ਦਾ ਹੱਲ ਮੰਗਦੀ ਹੈ, ਉਹ ਤੁਹਾਡੇ ਕੋਲੋਂ ਨਸ਼ਿਆਂ ਦਾ ਹੱਲ ਮੰਗਦੀ ਹੈ, ਨਸ਼ਿਆਂ ਦਾ ਲੱਕ ਤੋੜਨ ਦੀ ਗੱਲ ਕਰੇਗੀ। ਸੋ ਇਸ ਕਰਕੇ ਇਹ ਜਿਹੜੇ ਮੁੱਦੇ ਨੇ ਜਿਹੜੇ ਕਿ ਕਾਂਗਰਸ ਕਿਸੇ ਵੇਲੇ ਜਿਹੜੇ ਚੁੱਕ ਕੇ ਅੱਗੇ ਆਈ ਸੀਗੀ, ਕਾਂਗਰਸ ਦਾ ਆਉਣ ਦਾ ਮਕਸਦ ਇਹੀ ਸੀਗਾ ਕਿ ਜਦੋਂ ਉਹਨਾਂ ਨੇ ਵੱਡੇ ਵੱਡੇ ਵਾਅਦੇ ਕਰ ਲਏ ਸੀਗੇ ਕਿ ਅਸੀਂ ਨਸ਼ਿਆਂ ਦਾ ਲੱਕ ਤੋੜ ਦਿਆਂਗੇ, ਅਸੀਂ ਜਿਹੜਾ ਹੈਗਾ ਸ਼੍ਰੀ ਗੁਰੂ ਆਪਾਂ ਨੂੰ ਪਤਾ ਹੈ ਕਿ ਗ੍ਰੰਥ ਸਾਹਿਬ ਜੀ ਦੇ ਜਿਹੜੇ ਪੱਤਰੇ ਫਾੜੇ ਗਏ ਸੀਗੇ ਉਹਨਾਂ ਦਾ ਮਸਲਾ ਹੱਲ ਕਰਾਂਗੇ, ਅਸੀਂ ਕਿਸਾਨੀ ਦਾ ਕਰਜ਼ਾ ਮਾਫ ਕਰ ਦਿਆਂਗੇ, ਘਰ ਘਰ ਨੌਕਰੀ ਦਿਆਂਗੇ। ਇਸ ਤਰ੍ਹਾਂ ਦੇ ਮੁੱਦਿਆਂ ਦੇ ਉੱਤੇ ਕਾਂਗਰਸ ਵੀ ਜਿਹੜੀ ਸੀਗੀ ਉਹਨਾਂ ਨੇ ਆਪਣੀ ਚਾਲ ਚੱਲੀ ਸੀਗੀ ਪ੍ਰਸ਼ਾਂਤ ਕਿਸ਼ੋਰ ਦੀ ਅਗਵਾਈ ਦੇ ਵਿੱਚ। ਪਰ ਆਪਾਂ ਨੂੰ ਪਤਾ ਹੈ ਕਿ 4.5 ਸਾਲਾਂ ਤੋਂ ਬਾਅਦ
ਉਹ ਮੁੱਦੇ ਹਜੇ ਪੂਰੇ ਨਹੀਂ ਹੋਏ। ਸੋ ਜਿਹੜੀ ਪਾਰਟੀ ਇਹਨਾਂ ਮੁੱਦਿਆਂ ਨੂੰ ਚੁੱਕੇਗੀ, ਇਹਨਾਂ ਜਿਹੜੇ ਅਜੇ ਅਧੂਰੇ ਮੁੱਦੇ ਨੇ, ਪੂਰੀ ਤਰ੍ਹਾਂ ਅਧੂਰੇ ਮੁੱਦੇ ਨੇ, ਜਿਹੜੀ ਵੀ ਪਾਰਟੀ ਜਿਹੜਾ ਵੀ ਏਜੰਡਾ ਲੈ ਕੇ ਆਏਗੀ ਇਹਨਾਂ ਮੁੱਦਿਆਂ ਨੂੰ ਆਧਾਰ ਬਣਾਏਗੀ, ਉਹ ਪਾਰਟੀ ਦੀਆਂ ਸੰਭਾਵਨਾਵਾਂ ਮੈਨੂੰ ਲੱਗਦਾ ਕਿ ਜ਼ਿਆਦਾ ਨੇ। ਬਟ ਜੇ ਆਪਾਂ ਕਹੀਏ ਕਿ ਲੋਕਾਂ ਨੂੰ ਧਰਮ ਦੇ, ਜਾਤਾਂ ਦੇ ਨਾਂ ਦੇ ਉੱਤੇ ਵੰਡ ਕੇ ਇਦਾਂ ਦੇ ਜਿਹੜੇ ਗੱਠ ਜੋੜ ਹੋਣਗੇ, ਉਹਨਾਂ ਨੂੰ ਲੋਕ ਇਸ ਵੇਲੇ ਪੰਜਾਬ ਦੇ ਜਿਹੜੇ ਨੇ ਉਹ ਪ੍ਰਵਾਨ ਨਹੀਂ ਕਰਨਗੇ। ਸੋ ਇਸ ਕਰਕੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਤੋਂ ਕਿ ਜਾਤਾਂ ਔਰ ਧਰਮਾਂ ਦੇ ਨਾਂ ਦੀ ਜਿਹੜੀ ਰਾਜਨੀਤੀ ਕਰੀ ਜਾ ਰਹੀ ਹੈ ਉਹਦੇ ਤੋਂ ਲੋਕ ਜਿਹੜੇ ਨੇ ਉਹ ਆਪਣਾ ਧਿਆਨ ਹਟਾਉਣਗੇ। ਜੀ ਸੁਖਵਿੰਦਰ ਜੀ, ਅੱਗੇ ਦੀ ਖਬਰ ਦੀ ਆਪਾਂ ਜੇਕਰ ਗੱਲਬਾਤ ਕਰੀਏ ਤਾਂ ਕੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ ਆਇਆ ਸੀ ਕਿ ਭਾਈ ਜੇਕਰ ਮੇਰੀ ਅਹੁਦੇ ਛੱਡਣ ਦੇ ਨਾਲ ਜੇਕਰ ਮੇਰਾ ਪ੍ਰਧਾਨਗੀ ਦਾ ਅਹੁਦਾ ਜਾਂਦਾ ਹੈ ਤਾਂ ਮੈਂ ਕੁਰਬਾਨੀ ਦੇਣ ਨੂੰ ਤਿਆਰ ਹਾਂ। ਕਹਿੰਦੇ ਜੇਕਰ ਪੰਜਾਬ ਕਾਂਗਰਸ ਦੀ ਸਾਖ ਵੱਜਦੀ ਹੈ ਤਾਂ ਪੰਜਾਬ ਕਾਂਗਰਸ ਦੇ ਲਈ ਕਹਿੰਦੇ ਕਿ ਮੈਂ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ। ਜਾਨੀ ਅਹੁਦਾ ਛੱਡਣ ਨੂੰ ਇੱਕ ਤਰੀਕੇ ਨਾਲ ਤਿਆਰ ਸੀ। ਉਹ ਤੇ ਆਪਣੇ ਵੱਲੋਂ ਵਿਚਾਰ ਚਰਚਾ ਵੀ ਕੀਤੀ ਗਈ ਕਿ ਹੁਣ ਸਾਫ਼ ਹੈ ਕਿ ਸ਼ਾਇਦ ਸੁਨੀਲ ਜਾਖੜ ਦੀ ਜਿਹੜੀ ਕੁਰਬਾਨੀ ਦਿੱਤੀ ਜਾਊਗੀ ਤੇ ਹੁਣ ਜਾਖੜੇ ਬਿਆਨ ਦੇ ਕੇ ਜੀ ਨੂੰ ਖੂਨ ਲਾ ਕੇ ਜਿਹੜਾ ਸ਼ਹੀਦ ਬਣਨ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਤੇ ਵਿਚਾਰ ਚਰਚਾ ਹੋਈ ਤੇ ਨਾਲ ਹੀ ਨਾਲ ਇੱਕ ਵੱਡਾ ਹੁਣ ਬਿਆਨ ਹੋਰ ਸਾਹਮਣੇ ਆਇਆ ਸੁਨੀਲ ਜਾਖੜ ਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਅਹੁਦਾ ਦੇਣ ਬਾਰੇ ਵੀ ਹੁਣ ਉਹਨਾਂ ਵੱਲੋਂ ਗੱਲ ਕੀਤੀ ਜਾ ਰਹੀ ਹੈ। ਹੁਣ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਜਿਹੜਾ ਮਰਜ਼ੀ ਸਨਮਾਨਜਨਕ ਅਹੁਦਾ ਦੇ ਦੇਵੇ, ਅਸੀਂ ਤਾਂ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਾਂ। ਕਿਵੇਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਬਾਰੇ? ਉਹਨਾਂ ਦੇ ਵੱਲੋਂ ਤਾਂ ਕਹੀ ਗਈ ਹੈ ਸਨਮਾਨਜਨਕ ਅਹੁਦਾ ਮਿਲੇ, ਪਰ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹਿ ਦਿੱਤੀ ਗਈ ਕਿ 2022 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੀ ਸੀਐਮ ਦਾ ਚਿਹਰਾ ਹੋਣ। ਸੁਖਵਿੰਦਰ ਜੀ ਦੇਖੋ, ਜਿਹੜੀ ਇਹ ਲੜਾਈ ਹੈ ਇਹਨੂੰ ਜਾਣਬੁੱਝ ਕੇ ਚਾਹੇ ਕੈਪਟਨ ਸਾਹਿਬ ਹੋਣ ਚਾਹੇ ਜਾਖੜ ਸਾਹਿਬ ਹੋਣ, ਇਹਨੂੰ ਅਹੁਦਿਆਂ ਦੀ ਲੜਾਈ ਤੱਕ ਮਹਿਦੂਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨੂੰ ਉੱਥੋਂ ਤੱਕ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਕਿ ਨਵਜੋਤ ਸਿੰਘ ਸਿੱਧੂ ਇਹ ਬਾਰ-ਬਾਰ ਕਲੀਅਰ ਕਰ ਚੁੱਕੇ ਨੇ ਕਿ ਮੇਰੀ ਕੋਈ ਅਹੁਦਿਆਂ ਦੀ ਲੜਾਈ ਨਹੀਂ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਕੋਈ ਵੀ ਬੰਦਾ ਅੱਜ ਤੱਕ ਦੱਸੇ ਕਿ ਮੈਂ ਅੱਜ ਕਿਸੇ ਤੋਂ ਅਹੁਦਾ ਮੰਗਿਆ ਹੋਵੇ, ਕਿਸੇ ਤੋਂ ਕੋਈ ਕੁਰਸੀ ਮੰਗੀ ਹੋਵੇ, ਕੋਈ ਪ੍ਰਧਾਨਗੀ ਦੀ ਕੁਰਸੀ ਮੰਗੀ ਹੋਵੇ, ਕੋਈ ਉਪ ਮੁੱਖ ਮੰਤਰੀ ਦਾ ਚਿਹਰਾ ਮੈਂ ਜਿਹੜਾ ਹੈਗਾ ਗੱਲ ਕੀਤੀ ਹੋਵੇ, ਉਹਦੇ ਜਿਹੜੇ ਹੈਗਾ ਮੈਨੂੰ ਕੁਰਸੀ ਮਿਲੇ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਸ ਨੂੰ ਇਸ ਕੁਰਸੀ ਯੁੱਧ ਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦੋਂ ਕਿ ਨਵਜੋਤ ਸਿੰਘ ਸਿੱਧੂ ਜਾਂ ਪ੍ਰਗਟ ਸਿੰਘ ਹੋਰੀ ਬਾਰ-ਬਾਰ ਇਹ ਗੱਲ ਕਹਿ ਚੁੱਕੇ ਨੇ ਕਿ ਸਾਡੀ ਤਾਂ ਮੁੱਦਿਆਂ ਦੀ ਲੜਾਈ ਹੈ, ਸਾਡੀ ਪੰਜਾਬ ਨੂੰ ਬਚਾਉਣ ਦੀ ਲੜਾਈ ਹੈ। ਉਹ ਕਹਿ ਰਹੇ ਨੇ ਕਿ ਸਾਨੂੰ ਕੁਝ ਨਹੀਂ ਚਾਹੀਦਾ, ਨਾ ਸਾਨੂੰ ਪ੍ਰਧਾਨਗੀ ਚਾਹੀਦੀ ਆ ਕਾਂਗਰਸ ਦੀ, ਨਾ ਸਾਨੂੰ ਉਪ ਮੁੱਖ ਮੰਤਰੀ ਦਾ ਚਿਹਰਾ ਚਾਹੀਦਾ, ਨਾ ਸਾਨੂੰ ਮੁੱਖ ਮੰਤਰੀ ਦਾ ਚਿਹਰਾ ਚਾਹੀਦਾ। ਉਹਨਾਂ ਨੇ ਇਹੀ ਗੱਲ ਬਾਰ-ਬਾਰ ਕਹੀ ਹੈ ਕਿ ਸਾਨੂੰ ਸਾਡੇ ਮੁੱਦੇ ਜਿਹੜੇ ਨੇ ਉਹ ਚਾਹੀਦੇ ਨੇ, ਸਾਡੇ ਮੁੱਦਿਆਂ ਦਾ ਹੱਲ ਚਾਹੀਦਾ। ਚਾਹੇ ਤੁਸੀਂ ਬਰਗਾੜੀ ਕਾਂਡ ਹੋਵੇ, ਚਾਹੇ ਵੱਖ-ਵੱਖ ਜਿਹੜੇ ਵਾਅਦੇ ਕਾਂਗਰਸ ਨੇ ਕੀਤੇ ਸੀ ਜਾਂ ਕੈਪਟਨ ਸਾਹਿਬ ਨੇ ਕੀਤੇ ਸੀਗੇ, ਉਹਨਾਂ ਵਾਅਦਿਆਂ ਦਾ ਸਾਨੂੰ ਹੱਲ ਚਾਹੀਦਾ, ਉਹ ਵਾਅਦੇ ਪੂਰੇ ਹੋਣੇ ਚਾਹੀਦੇ ਨੇ। ਉਹ ਬਾਰ-ਬਾਰ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਨੇ, ਜਦੋਂ ਕਿ ਜਿਹੜੀ ਦੂਜਾ ਵਿਰੋਧੀ ਧਿਰ ਹੈ, ਖਾਸ ਤੌਰ ਤੇ ਕੈਪਟਨ ਸਾਹਿਬ ਨੇ ਜਾਂ ਜਾਖੜ ਸਾਹਿਬ ਨੇ, ਉਹ ਇਸ ਨੂੰ ਕੁਰਸੀ ਯੁੱਧ ਬਣਾਉਣਾ ਚਾਹੁੰਦੀ ਹੈ। ਜਦੋਂ ਕਿ ਇਹ ਬਿਲਕੁਲ ਉਹਨਾਂ ਨੂੰ ਹੁਣ ਜਾਖੜ ਸਾਹਿਬ ਨੂੰ ਇਹ ਵੀ ਪਤਾ ਲੱਗ ਚੁੱਕਿਆ ਹੈ ਕਿ ਜਿਹੜੀਆਂ ਉਹਨਾਂ ਕੋਲ ਰਿਪੋਰਟਾਂ ਆਈਆਂ ਨੇ ਉਹਦੇ ਵਿੱਚ ਬਹੁਤੇ ਲੋਕਾਂ ਨੇ ਜਾਖੜ ਸਾਹਿਬ ਦੀ ਜਿਹੜੀ ਨਾਕਾਮਯਾਬੀ ਹੈ, ਉਹਨਾਂ ਨੇ ਪ੍ਰਧਾਨਗੀ ਹੋਣ ਦੇ ਨਾਤੇ ਜੋ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀਗੀ ਸਾਰੀ ਕਾਂਗਰਸ ਨੂੰ ਇਕੱਠਾ ਰੱਖਣ ਦੀ, ਉਹ ਜ਼ਿੰਮੇਵਾਰੀ ਤੋਂ ਭੱਜੇ ਨੇ। ਉਹਨਾਂ ਨੇ ਆਪਣੀ ਜ਼ਿੰਮੇਵਾਰੀ ਤਨਦੇਹੀ ਦੇ ਨਾਲ ਨਹੀਂ ਨਿਭਾਈ ਜਾਂ ਨਹੀਂ ਨਿਭਾ ਸਕੇ ਉਹ। ਸੋ ਇਸ ਕਰਕੇ ਉਹਨਾਂ ਨੂੰ ਹੁਣ ਜਦੋਂ ਅਹਿਸਾਸ ਹੋ ਰਿਹਾ ਹੈ ਕਿ ਮੈਨੂੰ ਬਦਲਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਹੁਣ ਤਾਂ ਉਹ ਜਿਵੇਂ ਤੁਸੀਂ ਕਿਹਾ ਕਿ ਚੀਚੀ ਨੂੰ ਖੂਨ ਲਗਾ ਕੇ ਉਹ ਇੱਕ ਸ਼ਹੀਦ ਬਣਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਕਾਂਗਰਸ ਹੈ ਇਸ ਵੇਲੇ ਵੱਡੇ ਵੱਖ-ਵੱਖ ਗਰੁੱਪਾਂ ਦੇ ਵਿੱਚ ਵੰਡੀ ਹੋਈ ਹੈ, ਔਰ ਇਸ ਨੂੰ ਕੰਟਰੋਲ ਕਰਨਾ ਇਸ ਵੇਲੇ ਘੱਟੋ ਘੱਟ ਜਿਹੜੀ ਲੋਕਲ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਵੱਸ ਦੀ ਗੱਲ ਨਹੀਂ ਰਹੀ। ਹਾਂ, ਕਿਉਂਕਿ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਰਾਹੁਲ ਜੀ ਜਿਹੜੇ ਨੇ ਜੇ ਕੋਈ ਵੱਡਾ ਫੈਸਲਾ ਲੈਣਗੇ ਤਾਂ ਲਾਜ਼ਮੀ ਤੌਰ ਤੇ ਇਹ ਫੈਸਲਾ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਜਾਂ ਪ੍ਰਗਟ ਸਿੰਘ ਹੋਰਾਂ ਦੇ ਹੱਕ 'ਚ ਹੀ ਹੋਏਗਾ। ਔਰ ਜੇਕਰ ਉਹ ਸਿਆਣੇ ਲੀਡਰ ਦੇ ਤੌਰ ਤੇ, ਆਪਾਂ ਕਹਾਂਗੇ ਹਾਈ ਕਮਾਂਡ ਦੇ ਤੌਰ ਤੇ ਜੇ ਅੱਗੇ ਆਉਣਗੇ ਤਾਂ ਲਾਜ਼ਮੀ ਤੌਰ ਤੇ ਕੋਈ ਵੱਡੇ ਫੈਸਲੇ ਜਿਹੜੇ ਨੇ ਉਹਨਾਂ ਨੂੰ ਲੈਣੇ ਪੈਣਗੇ। ਨਹੀਂ ਤਾਂ ਜੇ ਵਿੱਚ ਜਿਹੜਾ ਹੈਗਾ, ਜਿਵੇਂ ਜਾਖੜ ਸਾਹਿਬ ਕਹਿ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਸਨਮਾਨਜਨਕ ਅਹੁਦਾ ਦੇ ਦਿਓ, ਇਹ ਮੈਨੂੰ ਲੱਗਦਾ ਕਿ ਕੋਈ ਸਨਮਾਨਜਨਕ ਅਹੁਦੇ ਦੀ ਲੜਾਈ ਨਹੀਂ ਹੈ। ਨਵਜੋਤ ਸਿੰਘ ਸਿੱਧੂ ਇਸ ਬਾਰੇ ਕਹਿ ਚੁੱਕੇ ਨੇ ਕਿ ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ। ਉਹ ਤਾਂ ਸਗੋਂ ਉਹਨਾਂ ਨੇ ਕਿਹਾ ਕਿ ਮੈਂ ਅਹੁਦਾ ਛੱਡੇ ਨੇ। ਉਹਨਾਂ ਨੇ ਵੱਡਾ ਅਹੁਦਾ, ਇਸ ਤੋਂ ਵੱਡਾ ਜਿਹੜਾ ਹੈਗਾ ਕੈਬਨਿਟ ਮੰਤਰੀ ਦਾ ਜਦੋਂ ਅਹੁਦਾ ਉਹਨਾਂ ਨੇ ਛੱਡਿਆ ਸੀਗਾ 2 ਸਾਲ ਪਹਿਲਾਂ, ਤਾਂ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਮੈਨੂੰ ਰਾਜ ਸਭਾ ਮੈਂਬਰ ਛੱਡੀ, ਬਿਲਕੁਲ ਰਾਜ ਸਭਾ ਮੈਂਬਰੀ ਬੀਜੇਪੀ 'ਚ ਰਹਿੰਦਿਆਂ ਉਹਨਾਂ ਨੇ ਛੱਡੀ ਸੀਗੀ। ਸੋ ਉਹਨਾਂ ਨੇ ਬਾਰ-ਬਾਰ ਇਹੀ ਗੱਲ ਕਹੀ ਹੈ ਕਿ ਸਾਨੂੰ ਕੋਈ ਅਹੁਦਿਆਂ ਦਾ ਪਿਆਰ ਨਹੀਂ ਹੈ,
ਜੇ ਹੁਣ ਇਹ ਕਹੇ ਇੱਕ ਲੋਲੀਪੌਪ ਦੇ ਕੇ ਕਿ ਅਸੀਂ ਤੁਹਾਨੂੰ ਜਿਹੜਾ ਹੈਗਾ ਉਪ ਮੁੱਖ ਮੰਤਰੀ ਬਣਾ ਦਾਂਗੇ ਜਾਂ ਪੰਜਾਬ ਦੀ ਕਾਂਗਰਸ ਦਾ ਪ੍ਰਧਾਨ ਬਣਾ ਦਾਂਗੇ, ਇਹ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਜਿਹੜਾ ਹੈਗਾ ਉਸ ਕਿਸਮ ਦਾ ਜੋ ਉਹਨਾਂ ਦਾ ਲੈਵਲ ਹੈ ਉਹ ਗੱਲ ਨਹੀਂ ਬਣੇਗੀ। ਸੋ ਇਸ ਕਰਕੇ ਇਸ ਵੇਲੇ ਰਾਹੁਲ ਜੀ ਨੂੰ ਚਾਹੀਦਾ, ਪ੍ਰਿੰਕਾ ਜੀ ਨੂੰ ਚਾਹੀਦਾ ਕਿ ਉਹ ਵੱਡੇ ਫੇਰ ਬਦਲ ਜਿਹੜੇ ਨੇ ਕਾਂਗਰਸ ਦੀ ਇਸ ਸਾਰੀ ਪੰਜਾਬ ਦੀ ਕਾਂਗਰਸ ਆਸ਼ਾ ਵੀ ਕੀਤੀਆਂ ਨੇ ਕਿ ਜਲਦ ਤੋਂ ਜਲਦ ਪੁਨਰਗਠਨ ਕੀਤਾ ਜਾਵੇ, ਫੇਰ ਬਦਲ ਕੀਤਾ ਸਿੱਧੂ ਨੂੰ ਜਲਦ ਤੋਂ ਜਲਦ ਕੋਈ ਅਹਿਮ ਅਹੁਦਾ ਦਿੱਤਾ ਜਾਵੇ। ਤੇ ਉਸ ਤੋਂ ਬਾਅਦ ਜੇਕਰ ਆਪਾਂ ਗੱਲਬਾਤ ਕਰੀਏ, ਜਿਸ ਤਰੀਕੇ ਨਾਲ ਜਾਖੜ ਬਾਰ-ਬਾਰ ਇਹ ਗੱਲ ਕਹਿਣ ਲੱਗ ਗਏ ਨੇ ਕਿ ਕੈਪਟਨ ਅਮਰਿੰਦਰ ਸਿੰਘ ਹੀ ਸੀਐਮ ਹੋਣੇ ਚਾਹੀਦੇ ਆ, ਪੋਸਟਰ ਲਗਵਾਉਣੇ ਸ਼ੁਰੂ ਕਰ ਦਿੱਤੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ, ਜਿਹੜਾ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਐਮਪੀਜ਼ ਦੇ ਨਾਲ। ਕਿਵੇਂ ਦੇਖਦੇ ਹੋ? ਕਿਤੇ ਨਾ ਕਿਤੇ ਕੈਪਟਨ ਨੂੰ ਵੀ ਫਿਕਰ ਹੈ ਕਿ ਜੇਕਰ ਜਾਖੜ ਦੀ ਕੁਰਸੀ ਗਈ ਤਾਂ ਫਿਰ ਕੁਰਸੀ ਮੇਰੀ ਵੀ ਬਾਈ ਦੇ ਵਿੱਚ ਜਾ ਸਕਦੀ ਹੈ। ਤਾਂ ਇੱਕ ਤਰੀਕੇ ਨਾਲ ਇਸ ਤਰੀਕੇ ਦੇ ਬਿਆਨ ਦਵਾ ਕੇ ਸ੍ਰੀ ਜਾਖੜ ਦੇ ਕੋਲ ਸਭ ਜਾਣਦੇ ਆ ਕਿ ਜਾਖੜ ਉਹਨਾਂ ਦੇ ਕਰੀਬੀ ਹੈ, ਤੇ ਮੀਟਿੰਗਾਂ ਕਰਕੇ ਇੱਕ ਤਰੀਕੇ ਨਾਲ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਜਿਹੜੇ ਆ ਆਪਣਾ ਧੜਾ ਖੜਾ ਕਰ ਰਹੇ ਨੇ, ਆਪਣੀ ਆਵਾਜ਼ ਬੁਲੰਦ ਕਰਵਾ ਰਹੇ ਨੇ ਇਹਨਾਂ ਲੀਡਰਾਂ ਦੇ ਰਾਹੀਂ ਕਿ ਭਾਈ ਕੁਰਸੀ ਤਾਂ ਮੈਨੂੰ ਹੀ ਦੇਣੀ ਪਊਗੀ ਤੁਹਾਨੂੰ 2022 ਦੇ ਵਿੱਚ। ਸੁਖਵਿੰਦਰ ਜੀ, ਜਿਹੜਾ ਇਸ ਵੇਲੇ ਕੈਪਟਨ ਸਾਹਿਬ ਦਾ ਧੜਾ ਹੈ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਜਾਂ ਕੈਪਟਨ ਸਾਹਿਬ ਦੀ ਕੋਟਰੀ ਹੈ, ਉਹ ਲਗਭਗ ਜਾਂ ਤਾਂ ਉਹ 17 ਦੇ ਸੁਪਨਿਆਂ 'ਚ ਜੀ ਰਹੀ ਹੈ ਕਿ ਜੋ 17 ਦਾ ਮਾਹੌਲ ਸੀਗਾ ਜਾਂ ਜੋ 19 ਵਾਲਾ ਮਾਹੌਲ ਸੀਗਾ ਕਿ ਉਹੀ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ। ਇਸ ਵੇਲੇ ਮੈਂ ਇਹ ਜਿਹੜੀ ਗੱਲ ਬਹੁਤ ਜ਼ੋਰ ਦੇ ਨਾਲ ਕਹਿਣੀ ਚਾਹੁੰਦਾ ਕਿ ਪੰਜਾਬ ਪਿਛਲੇ 2 ਸਾਲਾਂ ਦੇ ਵਿੱਚ ਜਾਂ ਖਾਸ ਤੌਰ ਤੇ ਕਿਸਾਨੀ ਸੰਘਰਸ਼ ਤੋਂ ਬਾਅਦ ਬਹੁਤ ਤੇਜ਼ੀ ਨਾਲ ਬਦਲਿਆ। ਇਸ ਬਦਲਾਅ ਨੂੰ ਸਮਝਣ ਦੀ ਲੋੜ ਹੈ। ਇਹ ਬਦਲਾਅ ਇਹ ਚਾਹੁੰਦਾ ਹੈ ਕਿ ਜਿੰਨੀ ਦੇਰ ਸਾਡੀ ਸਿਆਸਤ ਸਾਡੇ ਆਪਣੇ ਬੁਨਿਆਦੀ ਮੁੱਦਿਆਂ ਦਾ ਹੱਲ ਨਹੀਂ ਕਰੇਗੀ, ਚਾਹੇ ਉਹ ਕਿਸਾਨੀ ਦੇ ਮੁੱਦੇ ਹੋਣ, ਮੈਂ ਬਾਰ-ਬਾਰ ਇੱਥੇ ਗੱਲ ਕਹਿਣੀ ਚਾਹੁੰਦਾ ਜਿਹੜੀ ਕਿ ਕੈਪਟਨ ਸਾਹਿਬ ਨਹੀਂ ਸਮਝ ਰਹੇ। ਉਹਨਾਂ ਨੂੰ ਲੱਗਦਾ ਹੈ ਕਿ ਪਹਾੜਾਂ 'ਚ ਬੈਠ ਕੇ, ਫਾਰਮ ਹਾਊਸਾਂ 'ਚ ਬੈਠ ਕੇ ਜਿਹੜਾ ਹੈਗਾ ਪੰਜਾਬ ਦੇ ਡਿਸੀਜਨ ਹੋ ਸਕਦੇ ਨੇ, ਪੰਜਾਬ ਦੇ ਫੈਸਲੇ ਹੋ ਸਕਦੇ ਨੇ। ਇਹ ਹੁਣ ਨਹੀਂ ਚੱਲੇਗਾ। ਹੁਣ ਪੰਜਾਬ ਦੇ ਲੋਕ ਇਸ ਵੇਲੇ ਇਹ ਚਾਹੁੰਦੇ ਨੇ ਕਿ ਸਾਡੇ ਮੁੱਦਿਆਂ ਦਾ ਹੱਲ ਹੋਵੇ। ਜਿਹੜੇ ਵੀ ਲੋਕ ਪੰਜਾਬ ਦੇ ਮੁੱਦੇ ਉਠਾਉਣਗੇ, ਚਾਹੇ ਨਵਜੋਤ ਸਿੰਘ ਸਿੱਧੂ ਜੀ ਨੇ, ਚਾਹੇ ਪ੍ਰਗਟ ਸਿੰਘ ਜੀ ਨੇ, ਇੱਥੋਂ ਤੱਕ ਕਿ ਜੇ ਕੈਪਟਨ ਸਾਹਿਬ ਖੁਦ ਵੀ ਜਿਹੜੇ ਨੇ ਮੁੱਦੇ ਉਠਾਉਣਗੇ, ਮੁੱਦਿਆਂ ਨੂੰ ਲੈ ਕੇ ਤਾਂ ਉਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਰਕਾਰ ਉਹਨਾਂ ਨੇ ਬਣਾਈ ਸੀਗੀ, ਮੁੱਦਿਆਂ ਦੇ ਆਧਾਰ ਤੇ ਬਣਾਈ ਸੀਗੀ। ਜਦੋਂ ਹੁਣ ਮੁੱਦੇ ਉਹ ਛੱਡ ਰਹੇ ਨੇ ਆਪਣੇ, ਤਾਂ ਲਾਜ਼ਮੀ ਤੌਰ ਤੇ ਲੋਕ ਵੀ ਉਹਨਾਂ ਨੂੰ ਛੱਡ ਰਹੇ ਨੇ। ਔਰ ਲੋਕਾਂ ਦੇ ਵਿੱਚ ਜਿਹੜੀ ਕਿਸੇ ਵੇਲੇ 19 ਦੇ ਵਿੱਚ ਜੋ ਉਹਨਾਂ ਦਾ ਪ੍ਰਭਾਵ ਸੀਗਾ ਜਾਂ ਉਹਨਾਂ ਬਾਰੇ ਲੋਕ ਜਾਣਦੇ ਸੀਗੇ ਔਰ ਉਹਨਾਂ ਨੂੰ ਇੱਕ ਵੱਡਾ ਲੀਡਰ ਸਮਝਦੇ ਸੀਗੇ, ਅੱਜ ਉਹ ਬਿਲਕੁਲ ਉਹ ਗ੍ਰਾਫ ਜਿਹੜਾ ਹੈਗਾ ਬਹੁਤ ਨੀਚੇ ਚਲਾ ਗਿਆ। ਇਹ ਗੱਲ ਸਾਨੂੰ ਸਮਝਣ ਦੀ ਲੋੜ ਹੈ। ਇਹ ਗੱਲ ਜਾਖੜ ਸਾਹਿਬ ਨੂੰ ਵੀ ਸਮਝਣ ਦੀ ਲੋੜ ਹੈ। ਇਹ ਗੱਲ ਕਾਂਗਰਸ ਨੂੰ ਵੀ ਸਮਝਣ ਦੀ ਲੋੜ ਹੈ ਕਿ ਇਸ ਵੇਲੇ ਇਹ ਹਾਲਤ ਨੇ ਕਿ 22 ਦੇ ਵਿੱਚ ਕੈਪਟਨ ਸਾਹਿਬ ਦਾ ਚਿਹਰਾ ਲੋਕ ਨਹੀਂ ਪਸੰਦ ਕਰਨਗੇ। ਇਹ ਜਿਹੜੀ ਬਹੁਤ ਵੱਡੀ ਭੁੱਲ ਹੋਏਗੀ ਜੇਕਰ ਹਾਈ ਕਮਾਂਡ ਦੁਬਾਰਾ ਕੈਪਟਨ ਸਾਹਿਬ ਨੂੰ ਲੈ ਕੇ ਆਉਂਦੀ ਹੈ, ਤਾਂ ਬਹੁਤ ਵੱਡੀ ਭੁੱਲ, ਆਪਣੇ ਪੈਰ ਤੇ ਆਪ ਕੁਹਾੜਾ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋਣਗੇ। ਸੋ ਇਸ ਕਰਕੇ ਮੇਰਾ ਮੰਨਣਾ ਇਹ ਹੈ ਕਿ ਪੰਜਾਬ ਦੀਆਂ ਜਿਹੜੀਆਂ ਪਿਛਲੀਆਂ 1 ਸਾਲ ਦੀਆਂ ਜਿਹੜੀਆਂ ਕਾਰਵਾਈਆਂ ਨੇ, ਪੰਜਾਬ ਦੀ 1 ਸਾਲ ਦੀ ਜਿਹੜੀ ਨਵੀਂ ਚੇਤਨਾ ਹੈ, ਨਵੀਂ ਕੌਨਸ਼ੀਅਸਨੈਸ ਹੈ, ਨਵੇਂ ਲੋਕ ਜਿਹੜੇ ਲੋਕਾਂ ਦੇ ਵਿੱਚ ਉਭਾਰ ਆਇਆ ਕਿਸਾਨੀ ਅੰਦੋਲਨ ਤੋਂ ਬਾਅਦ, ਇਸ ਸਿਆਸੀ ਚੇਤਨਾ ਨੂੰ ਸਮਝ ਕੇ ਜਿਹੜੇ ਨੇ ਡਿਸੀਜਨ ਲੈਣੇ ਚਾਹੀਦੇ ਨੇ, ਨਾ ਕਿ 19 ਵਾਲਾ ਜਿਹੜਾ ਹੈਗਾ ਜਾਂ 17 ਦੀ ਜਿਹੜੀ ਪੁਰਾਣੀਆਂ ਗੱਲਾਂ ਬਾਤਾਂ ਨੇ ਉਹਨਾਂ ਨੂੰ ਦੁਹਰਾ ਕੇ ਜਦੋਂ ਤੁਸੀਂ ਚੱਲੋਗੇ ਤਾਂ ਲਾਜ਼ਮੀ ਤੌਰ ਤੇ ਇਦਾਂ ਦੇ ਸੰਕਟ ਇਸੇ ਲਈ ਸੰਕਟ ਆਏ ਨੇ ਨਾ ਕਿ ਪੰਜਾਬ ਦੀ ਜਾਂ ਜਿਹੜੀ ਨੈਸ਼ਨਲ ਲੀਡਰਸ਼ਿਪ ਹੈ ਕਾਂਗਰਸ ਦੀ, ਉਹ ਇਸ ਬਦਲਾਅ ਨੂੰ ਨਹੀਂ ਸਮਝ ਰਹੀ। ਇਸ ਬਦਲਾਅ ਨੂੰ ਉਹ ਪੁਰਾਣੇ ਸਮੇਂ ਦੇ ਮੁਤਾਬਕ ਹੀ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਕਰਕੇ ਵੱਡੀਆਂ ਦਿੱਕਤਾਂ ਆ ਰਹੀਆਂ ਨੇ। ਸੋ ਇਸ ਮੇਰਾ ਮੰਨਣਾ ਇਹੀ ਹੈ ਕਿ ਜੇਕਰ ਵੱਡੀਆਂ ਤਬਦੀਲੀਆਂ ਨਹੀਂ ਆਉਂਦੀਆਂ ਕਾਂਗਰਸ ਦੇ ਵਿੱਚ, ਜੇਕਰ ਇਹਦੀ ਜਿਹੜੀ ਹੈਗੀ ਸਰਜਰੀ ਨਹੀਂ ਕੀਤੀ ਜਾਂਦੀ, ਤਾਂ ਲਾਜ਼ਮੀ ਤੌਰ ਤੇ ਸੰਕਟ ਆਉਣੇ ਨੇ। ਔਰ ਉਹ ਸੰਕਟ ਦਿਖਾਈ ਦੇ ਰਹੇ ਨੇ ਆਪਾਂ ਨੂੰ, ਲਗਾਤਾਰ ਗਰੁੱਪਾਂ ਦੇ ਵਿੱਚ ਵੰਡੀ ਜਾ ਰਹੀ ਹੈ। ਇਹ ਗਰੁੱਪ ਪਹਿਲਾਂ 5 ਗਰੁੱਪ ਸੀਗੇ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗਰੁੱਪਬਾਜ਼ੀ ਜਿਹੜੀ ਹੈਗੀ ਵਧੇਗੀ ਔਰ 22 ਤੱਕ ਜਾਂਦਿਆਂ ਮੈਨੂੰ ਲੱਗਦਾ ਹੈ ਕਿ ਗਰੁੱਪੀ ਹੋ ਕੇ ਜਿਹੜਾ ਹੈਗਾ ਆਪਸ ਦੇ ਵਿੱਚ ਲੜਨਗੇ ਔਰ ਬਾਕੀ ਵਿਰੋਧੀ ਪਾਰਟੀਆਂ ਘੱਟ ਜਿਹੜੀਆਂ ਨੁਕਸਾਨ ਕਰਨਗੀਆਂ। ਆਪਸੀ ਜਿਹੜੀ ਖਾਨਾ ਜੰਗੀ ਹੈ ਕਾਂਗਰਸ ਦੀ 22 ਦੇ ਵਿੱਚ, ਉਹ ਜ਼ਿਆਦਾ ਵਧੇਗੀ। ਸੋ ਇਸ ਕਰਕੇ ਮੇਰਾ ਮੰਨਣਾ ਹੈ ਕਿ ਜੇ ਹਾਈ ਕਮਾਂਡ ਨੂੰ ਤਾਂ ਇਹੀ ਚਾਹੀਦਾ ਹੈ ਕਿ ਉਹਦੇ ਵਿੱਚ ਬੁਨਿਆਦੀ ਚੇਂਜਸ ਲੈ ਕੇ ਆਉਣ, ਬੁਨਿਆਦੀ ਤਬਦੀਲੀਆਂ ਆਪਣੀ ਸਾਰੀ ਕਾਰਵਾਈ ਦੇ ਵਿੱਚ, ਸਾਰੀ ਜਿਹੜੀ ਹੈਗੀ ਹੈ ਜਥੇਬੰਦਕ ਢਾਂਚੇ ਦੇ ਵਿੱਚ ਕਰਨਗੇ ਤਾਂ ਉਹ ਕਾਮਯਾਬ ਹੋ ਸਕਦੇ ਆ। ਨਹੀਂ ਤਾਂ ਫਿਰ ਆਪਾਂ ਨੂੰ ਪਤਾ ਹੀ ਹੈ ਕਿ ਹਨੇਰਾ ਜਿਹੜਾ ਹੈਗਾ ਅੱਗੇ ਦਿਖਾਈ ਦੇ ਰਿਹਾ ਕਾਂਗਰਸ ਦਾ। ਸੋ ਇਸ ਕਰਕੇ ਉਮੀਦ ਕੀਤੀ ਜਾਣੀ ਚਾਹੀਦੀ ਆ, ਕਿਉਂਕਿ ਆਪਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਹਾਈ ਕਮਾਂਡ ਦਾ ਕੀ ਫੈਸਲਾ ਆਉਂਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਸਿੱਧੂ ਨੂੰ ਕਿੱਥੇ ਰੱਖਿਆ ਜਾਂਦਾ ਹੈ, ਪ੍ਰਗਟ ਸਿੰਘ ਹੋਰਾਂ ਨੂੰ ਕਿੱਥੇ ਰੱਖਿਆ ਜਾਂਦਾ ਹੈ, ਕੈਪਟਨ ਸਾਹਿਬ ਨੂੰ ਕਿੱਥੇ ਰੱਖਿਆ ਜਾਂਦਾ ਹੈ, ਜਾਖੜ ਸਾਹਿਬ ਨੂੰ ਕਿੱਥੇ ਰੱਖਿਆ ਜਾਂਦਾ ਹੈ, ਇਹ ਹੁਣ ਸਮਾਂ ਹੀ ਦੱਸੇਗਾ। ਉਹਨਾਂ ਦੀ ਆਪਣੀ ਜਿਹੜੀ ਕੌਨਸ਼ੀਅਸ ਹੈ, ਆਪਣੀ ਚੇਤਨਾ ਹੈ ਕਾਂਗਰਸ ਦੀ, ਉਹ ਸਾਰਾ ਫੈਸਲਾ ਕਰੇਗੀ।
ਸੋ ਉਸ ਫੈਸਲੇ ਦੇ ਆਧਾਰ ਤੇ ਫਿਰ ਲੋਕ ਫੈਸਲਾ ਕਰਨਗੇ। ਸੋ ਉਮੀਦ ਕੀਤੀ ਜਾਣੀ ਚਾਹੀਦੀ ਹੈ ਚੰਗੇ ਭਵਿੱਖ ਦੀ ਕਾਂਗਰਸ ਦੀ। ਸੋ ਅੱਗੇ ਸੁਖਵਿੰਦਰ ਜੀ ਤੁਸੀਂ ਪੁੱਛਣਾ ਚਾਹੁੰਦੇ ਹੋ ਕੁਝ? ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਤੋਂ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਸ਼ੁਕਰੀਆ। ਆਏ ਸਰ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ तमाम ਖਬਰਾਂ ਦੇ ਉੱਪਰ ਸਾਡੇ ਨਾਲ ਵਿਸਤਾਰਪੂਰਵਕ ਚਰਚਾ ਕੀਤੀ ਗਈ ਹੈ, ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਗਏ ਨੇ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਜਿਹੜੇ ਕੀਮਤੀ ਵਿਚਾਰ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ।